ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਆਪਾਂ 11ਵੀਂ ਕਲਾਸ ਦੇ ਵਿੱਚ ਰਾਜਨੀਤੀ ਸ਼ਾਸਤਰ ਦਾ ਪਾਠ ਤੀਜਾ ਨਾਗਰਿਕ ਤੇ ਨਾਗਰਿਕਤਾ ਪੜ੍ਹਾਂਗੇ। ਇਹ ਵਿਸ਼ਾ ਤਾਂ ਮਹੱਤਵਪੂਰਨ ਹੈ ਕਿਉਂਕਿ ਜਦੋਂ ਸਾਡਾ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਕੁਝ ਲੋਕ ਪਾਕਿਸਤਾਨ ਤੋਂ ਭਾਰਤ ਵਿੱਚ ਆਏ ਤੇ ਭਾਰਤ ਤੋਂ ਪਾਕਿਸਤਾਨ ਗਏ। ਕੁਝ ਲੋਕ ਪਾਕਿਸਤਾਨ ਜਾ ਕੇ ਫਿਰ ਭਾਰਤ ਵਿੱਚ ਵਾਪਸ ਆਏ ਤਾਂ ਇੱਕ ਮਸਲਾ ਖੜਾ ਹੋ ਗਿਆ ਕਿ ਨਾਗਰਿਕਤਾ ਕਿਹਨੂੰ ਦਿੱਤੀ ਜਾਵੇ, ਨਾਗਰਿਕ ਕੌਣ ਹੈ ਭਾਰਤ ਦਾ। ਤਾਂ ਇਸ ਲਈ ਇਹ ਵਿਸ਼ਾ ਜੋ ਹੈ ਮਹੱਤਵਪੂਰਨ ਹੈ। ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 100 ਤੋਂ ਵੱਧ ਵਾਰ ਜੋ ਹੈ ਇੱਥੇ ਡਰਾਫਟ ਤਿਆਰ ਕੀਤੇ ਗਏ ਸੀ। ਇਹ ਦੇਖਣ ਦੇ ਲਈ, ਇਹ ਤਾਂ ਨਿਰਧਾਰਨ ਕਰਨ ਦੇ ਲਈ ਕਿ ਸਾਡੇ ਦੇਸ਼ ਦਾ ਨਾਗਰਿਕ ਕੌਣ ਹੈ। ਦੇਖਦੇ ਹਾਂ ਕਿ ਨਾਗਰਿਕ ਤੋਂ ਕੀ ਭਾਵ ਹੈ, ਨਾਗਰਿਕ ਕੌਣ ਹੈ। ਕਾਫੀ ਸਮੇਂ ਲੱਗਿਆ ਇਸ ਪਰਿਭਾਸ਼ਾ ਨੂੰ ਘੜਨ ਦੇ ਲਈ। ਜੋ ਸਾਡੇ ਪੁਰਾਣੇ ਵਿਦਵਾਨ ਸੀ ਜਿਵੇਂ ਕਿ ਅਰਸਤੂ, ਉਹਨਾਂ ਦੀ ਇੱਕ ਪਰਿਭਾਸ਼ਾ ਹੈ ਕਿ ਨਾਗਰਿਕ ਉਹ ਵਿਅਕਤੀ ਹੈ ਜਿਸ ਦਾ ਰਾਜ ਦੇ ਸ਼ਾਸਨ ਵਿੱਚ ਹਿੱਸਾ ਹੋਵੇ, ਜੋ ਰਾਜ ਦੁਆਰਾ ਦਿੱਤੇ ਗਏ ਮਾਣ ਅਤੇ ਸਤਿਕਾਰ ਨੂੰ ਮਾਣਨ ਦਾ ਹੱਕਦਾਰ ਹੋਵੇ। ਇਸ ਤੋਂ ਬਾਅਦ ਜੋ ਸਾਡੇ ਵਿਦਵਾਨਾਂ ਨੇ ਜੋ ਡੈਫੀਨੇਸ਼ਨ ਘੜੀ ਇਸ ਦੀ, ਉਹ ਇਹ ਹੈ ਕਿ ਉਹ ਵਿਅਕਤੀ ਜਿਹੜਾ ਕਿਸੇ ਰਾਜ ਦਾ ਮੈਂਬਰ ਹੈ, ਰਾਜ ਪ੍ਰਤੀ ਸ਼ਰਧਾ ਰੱਖਦਾ ਹੈ, ਉਸਦੇ ਅਧਿਕਾਰ ਮਾਣਦਾ ਹੈ, ਬਦਲੇ ਵਿੱਚ ਕਰਤੱਵਾਂ ਦੀ ਅਦਾਇਗੀ ਕਰਦਾ ਹੈ, ਉਹ ਕੀ ਹੈ, ਨਾਗਰਿਕ ਹੈ। ਉਹ ਕੀ ਹੈ, ਨਾਗਰਿਕ। ਅਗਾਂਹ ਦੇਖਦੇ ਹਾਂ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਇਹ ਤਾਂ ਅਸੀਂ ਦੇਖ ਹੀ ਲਿਆ ਪਰਿਭਾਸ਼ਾ ਕਿ ਉਹ ਰਾਜ ਦਾ ਮੈਂਬਰ ਹੋਣਾ ਚਾਹੀਦਾ ਹੈ, ਰਾਜ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ, ਭਾਵ ਦੇਸ਼ ਦੇ ਲਈ ਜਾਂ ਰਾਜ ਦੇ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਨੂੰ ਤਿਆਰ ਹੋਵੇ। ਅਧਿਕਾਰ ਮੰਨਣਾ, ਉਹਨੂੰ ਕੁਝ ਵਿਸ਼ੇਸ਼ ਅਧਿਕਾਰ ਹੁੰਦੇ ਨੇ ਜਿਵੇਂ ਸਾਡੇ ਮੌਲਿਕ ਅਧਿਕਾਰ ਨੇਗੇ, ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹੇ ਹੀ ਹੈ। ਕਰਤੱਵਾਂ ਦੀ ਅਦਾਇਗੀ, ਜਿਵੇਂ ਟੈਕਸ ਪੇ ਕਰਦਾ ਹੋਵੇ, ਰਾਜ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੋਵੇ, ਅਤੇ ਜਾਂ ਹੈਗੀ ਕਿ ਪਬਲਿਕ ਜਿਹੜੀ ਹੁੰਦੀ ਹੈਗੀ ਸਾਡੀ ਪ੍ਰੋਪਰਟੀ ਹੁੰਦੀ ਹੈਗੀ ਉਸ ਦੀ ਸੰਭਾਲ ਕਰਦਾ ਹੋਵੇ। ਠੀਕ ਹੈ, ਜੋ ਸਾਡੇ ਸਾਰਿਆਂ ਦੇ ਲਈ ਭਲਾਈ, ਜਿਵੇਂ ਸਾਡੇ ਹਸਪਤਾਲ ਹੋ ਗਏ, ਸਕੂਲ ਹੋ ਗਏ, ਤਾਂ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਂਦਾ ਹੋਵੇ, ਜੋ ਸਾਡੇ ਸਾਰੇ ਲੋਕਾਂ ਦੀ ਸਹੂਲਤਾਂ ਦੇ ਲਈ ਹੈ। ਕਰਤੱਵਾਂ ਦੀ ਅਦਾਇਗੀ ਕਰਦਾ ਹੋਵੇ, ਸਮਾਜ ਭਲਾਈ ਕਰਦਾ ਹੋਵੇ, ਜਨ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋਵੇ ਅਤੇ ਕੀ ਹੈਗਾ ਭਾਵ ਲੋਕ ਭਲਾਈ ਦੇ ਕੰਮ ਕਰਦਾ ਹੋਵੇ। ਠੀਕ ਹੈ, ਇਹ ਕਿਸੇ ਰਾਜ ਦੇ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ ਨੇ। ਹੁਣ ਨਾਗਰਿਕ ਦੀਆਂ ਕਿਸਮਾਂ ਦੇਖਦੇ ਹਾਂ। ਨਾਗਰਿਕ ਦੋ ਪ੍ਰਕਾਰ ਦੇ ਹੁੰਦੇ ਨੇ, ਜਨਮ ਤੋਂ ਨਾਗਰਿਕ ਅਤੇ ਰਾਜਕ੍ਰਿਤ ਨਾਗਰਿਕ। ਜਨਮ ਤੋਂ ਨਾਗਰਿਕ ਭਾਵ ਜਿਹੜੇ ਇੱਥੇ ਹੀ ਜੰਮੇ, ਜਿਨ੍ਹਾਂ ਦੀ ਜਨਮ ਭੂਮੀ ਹੈ ਇਹ, ਜਾਂ ਜਿਨ੍ਹਾਂ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ, ਬਲੱਡ ਰਿਲੇਸ਼ਨਸ ਨੇ। ਜਿਵੇਂ ਭਾਰਤੀ ਮਾਤਾ ਪਿਤਾ ਦੀ ਸੰਤਾਨ ਅਤੇ ਭਾਰਤ ਵਿੱਚ ਪੈਦਾ ਹੋਏ ਬੱਚੇ ਜਨਮ ਤੋਂ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਅਧਿਕਾਰੀ ਹੁੰਦੇ ਨੇ। ਰਾਜਕ੍ਰਿਤ ਨਾਗਰਿਕ ਕਿਹੜੇ ਹੁੰਦੇ ਨੇ? ਉਹ ਨਾਗਰਿਕ ਜੋ ਜਨਮ ਦੇ ਆਧਾਰ 'ਤੇ ਤਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੁੰਦੇ ਨੇ, ਪਰ ਆਪਣੀ ਇੱਛਾ ਅਨੁਸਾਰ ਕੁਝ ਸ਼ਰਤਾਂ ਪੂਰੀਆਂ ਕਰਨ ਪਿੱਛੋਂ ਦੂਸਰੇ ਦੇਸ਼ ਦੀ ਨਾਗਰਿਕਤਾ ਗ੍ਰਹਿਣ ਕਰ ਲੈਂਦੇ ਨੇ। ਇਸ ਨੂੰ ਰਾਜਕ੍ਰਿਤ ਨਾਗਰਿਕ ਕਿਹਾ ਜਾਂਦਾ ਹੈ। ਅੱਗੇ ਕੁਝ ਗੱਲਾਂ ਹੋਰ ਨੇਗੀਆਂ ਕਿ ਨਾਗਰਿਕ ਕੀ ਹੈ, ਪਰਜਾ ਕੀ ਹੈ, ਦੇਸ਼ ਵਾਸੀ ਕਿਸ ਨੂੰ ਕਹਿ ਦਿੰਦੇ ਨੇਗੇ। ਤਾਂ ਲੋਕਤੰਤਰੀ ਦੇਸ਼ਾਂ ਵਿੱਚ ਲੋਕਾਂ ਨੂੰ ਨਾਗਰਿਕ ਕਿਹਾ ਜਾਂਦਾ ਹੈ। ਨਾਗਰਿਕ ਤੋਂ ਭਾਵ ਜਿਹੜੇ ਰਾਜਨੀਤਿਕ ਅਧਿਕਾਰਾਂ ਦਾ ਪ੍ਰਯੋਗ ਕਰਦੇ ਨੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ। ਲੋਕਤੰਤਰੀ, ਤੁਸੀਂ ਸਿਰਫ ਇੰਨੀ ਗੱਲ ਯਾਦ ਰੱਖਣੀ ਹੈ ਕਿ ਲੋਕਤੰਤਰੀ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਨਾਗਰਿਕ ਕਿਹਾ ਜਾਂਦਾ ਹੈ। ਜਿੱਥੇ ਰਾਜਤੰਤਰੀ ਦੇਸ਼ ਨੇ ਉੱਥੇ ਲੋਕਾਂ ਨੂੰ ਪਰਜਾ ਕਿਹਾ ਜਾਂਦਾ ਹੈ। ਅਤੇ ਇੱਕ ਹੈ ਦੇਸ਼ ਵਾਸੀ ਕੌਣ ਹੈ? ਜਿਹੜੇ ਉਹ ਸਾਰੇ ਵਿਅਕਤੀ ਜੋ ਰਾਜ ਵਿੱਚ ਰਹਿੰਦੇ ਨੇ, ਰਾਜ ਦੇ ਮੈਂਬਰ ਨੇ, ਵਫਾਦਾਰ ਹੁੰਦੇ ਹੋਏ ਵੀ ਰਾਜਨੀਤਿਕ ਅਧਿਕਾਰ ਨਹੀਂ ਮਾਣਦੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਦੇਸ਼ ਵਾਸੀ। ਇਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ ਭਾਰਤੀ ਨਾਗਰਿਕਤਾ ਅਧਿਨਿਯਮ, ਜਿਹਦੇ ਮੁਤਾਬਕ ਜੋ ਹੈ ਭਾਰਤ ਦੀ ਨਾਗਰਿਕਤਾ ਕਿਵੇਂ ਲਈ ਜਾ ਸਕਦੀ ਹੈ, ਉਸ ਦੇ ਬਾਰੇ ਦੱਸਿਆ ਗਿਆ ਗਾ। ਤਾਂ ਇਹ ਜੋ ਅਧਿਨਿਯਮ ਸੀ ਇਹ 1955 ਦੇ ਵਿੱਚ ਤਿਆਰ ਕੀਤਾ ਗਿਆ। ਇਹਨੂੰ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ: ਜਨਮ ਤੋਂ ਨਾਗਰਿਕਤਾ, ਵੰਸ਼ ਦੁਆਰਾ ਨਾਗਰਿਕਤਾ, ਦੇਸ਼ੀਕਰਨ ਦੁਆਰਾ ਨਾਗਰਿਕਤਾ ਅਤੇ ਪੰਜੀਕਰਨ ਦੁਆਰਾ ਨਾਗਰਿਕਤਾ। ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ ਸਾਰਿਆਂ ਨੂੰ। ਜਨਮ ਤੋਂ ਨਾਗਰਿਕਤਾ,
ਜਨਮ ਤੋਂ ਨਾਗਰਿਕਤਾ ਤੋਂ ਭਾਵ ਹੈ ਕਿ 26 ਜਨਵਰੀ 1950 ਤੋਂ ਬਾਅਦ ਭਾਰਤ ਵਿੱਚ ਜਨਮ ਲੈਣ ਵਾਲਾ ਬੱਚਾ ਭਾਰਤੀ ਨਾਗਰਿਕ ਹੋਊਗਾ, ਜਾਂ ਫਿਰ 26 ਜਨਵਰੀ ਦੇ ਦਿਨ ਵੀ ਜਿਹਨੇ ਜਨਮ ਲਿਆ ਹੈਗਾ ਉਹ ਵੀ ਭਾਰਤ ਦਾ ਨਾਗਰਿਕ ਹੋਊਗਾ। ਇਹ ਪੁਆਇੰਟ ਦੇ ਵਿੱਚ ਤੁਸੀਂ ਦੇਖੋਗੇ ਕਿ 26 ਜਨਵਰੀ ਤੋਂ ਬਾਅਦ ਤੇ 26 ਜਨਵਰੀ ਦੇ ਦਿਨ ਜਨਮ ਲੈਣ ਵਾਲਾ ਬੱਚਾ ਭਾਰਤੀ ਹੋਵੇਗਾ। ਉਂਝ ਭਾਵੇਂ ਭਾਰਤ ਵਿੱਚ ਇਕਹਿਰੀ ਨਾਗਰਿਕਤਾ ਹੈ, ਪਰ ਨਾਬਾਲਗ ਹੋਣ ਤੱਕ ਦੋਹਰੀ ਨਾਗਰਿਕਤਾ ਰੱਖੀ ਜਾ ਸਕਦੀ ਹੈ। ਜਿਵੇਂ ਕੋਈ ਆਪਣਾ ਭੈਣ ਭਰਾ ਬਾਹਰ ਜਾ ਕੇ ਵਿਆਹ ਕਰਾ ਲੈਂਦਾ ਹੈ ਅਤੇ ਉਸ ਦਾ ਉੱਧਰ ਬੇਟਾ ਹੁੰਦਾ ਹੈ, ਤਾਂ ਉਹ 18 ਸਾਲ ਦੀ ਉਮਰ ਤੋਂ ਛੋਟਾ ਹੋਣ ਦੇ ਉਹ ਭਾਰਤ ਦਾ ਨਾਗਰਿਕ ਵੀ ਵੱਜੂਗਾ ਅਤੇ ਅਮਰੀਕਾ ਦਾ ਨਾਗਰਿਕ ਵੀ ਵੱਜੂਗਾ, ਕਿਉਂਕਿ ਉਸਦੇ ਮਾਤਾ ਪਿਤਾ ਦਾ ਜੋ ਹੈ ਉਹਦਾ ਸੰਬੰਧ ਉਹ ਮਾਤਾ ਪਿਤਾ ਉਹਨਾਂ ਦੇ ਇੱਥੋਂ ਦੇ ਨੇਗੇ, ਭਾਰਤ ਦੇ ਨੇਗੇ। ਅਗਾਂਹ ਆਪਾਂ ਵੰਸ਼ ਦੁਆਰਾ ਨਾਗਰਿਕਤਾ 26 ਜਨਵਰੀ ਨੂੰ ਲੈਣ ਵਾਲਾ ਬੱਚਾ ਭਾਰਤ ਦਾ ਨਾਗਰਿਕ ਹੋਵੇਗਾ, ਚਾਹੇ ਉਸਦੇ ਮਾਤਾ ਪਿਤਾ ਭਾਰਤ ਦੇ ਨਾਗਰਿਕ ਹੋਣ ਚਾਹੇ ਨਾ ਹੋਣ। ਇਹ ਜੋ ਹੈ ਭਾਰਤ ਦੇ ਨਾਗਰਿਕ ਹੋਣਾ ਜ਼ਰੂਰੀ ਹੈ ਇੱਥੇ, ਠੀਕ ਹੈ। ਵੰਸ਼ ਦੁਆਰਾ ਨਾਗਰਿਕਤਾ। ਅਗਾਂਹ ਦੇਸ਼ੀਕਰਨ ਦੁਆਰਾ ਨਾਗਰਿਕਤਾ, ਜਿਵੇਂ ਕੋਈ ਵਿਦੇਸ਼ੀ ਲੰਮਾ ਸਮਾਂ ਭਾਰਤ ਵਿੱਚ ਰਹਿ ਕੇ ਨਿਰਧਾਰਤ ਸ਼ਰਤਾਂ ਪੂਰਾ ਕਰਦੇ ਹੋਏ ਨਾਗਰਿਕ ਜੋ ਹੈ ਭਾਰਤ ਦਾ ਬਣ ਸਕਦਾ ਹੈ, ਅਤੇ ਜੇਕਰ ਕੋਈ ਵਿਦੇਸ਼ੀ ਪਹਿਲੀ ਨਾਗਰਿਕਤਾ ਨੂੰ ਤਿਆਗਦਾ ਹੈ ਅਤੇ ਭਾਰਤ ਵਿੱਚ ਰਹਿਣ ਆਉਂਦਾ ਹੈ, ਉਸ ਨੂੰ ਜੋ ਹੈ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ। ਉਸ ਤੋਂ ਅੱਗੇ ਹੈ ਪੰਜੀਕਰਨ ਦੁਆਰਾ, ਰਜਿਸਟ੍ਰੇਸ਼ਨ ਦੁਆਰਾ ਕਹਿ ਦਿੰਦੇ ਆਪਾਂ। ਕੋਈ ਵਿਦੇਸ਼ੀ ਮਹਿਲਾ ਭਾਰਤੀ ਪੁਰਸ਼ ਨਾਲ ਵਿਆਹ ਕਰਾ ਲਵੇ, ਜਿਵੇਂ ਸਾਡੇ ਜੋ ਹੈ ਪਹਿਲਾਂ ਵਾਲੇ ਪ੍ਰਾਈਮ ਮਿਨਿਸਟਰ ਸੀ, ਸਾਡੇ ਪੂਰਵ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੀ ਵਾਈਫ ਸੋਨੀਆ ਗਾਂਧੀ ਜੋ ਅੱਜ ਕੀ ਨੇ ਭਾਰਤ ਦੇ ਨਾਗਰਿਕ ਨੇ। ਵੰਡ ਤੋਂ ਪਹਿਲਾਂ ਦੇ ਮੂਲ ਨਿਵਾਸੀ ਜਿਹੜੇ ਵੰਡ ਤੋਂ ਪਹਿਲਾਂ ਇੱਥੇ ਰਹਿ ਰਹੇ ਸੀ ਉਹ ਵੀ ਨਾਗਰਿਕ ਵੱਜਣਗੇ ਜੇ ਉਹ ਇੱਧਰ ਆਉਣਾ ਚਾਹੁੰਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਵੰਡ ਤੋਂ ਬਾਅਦ ਕੁਝ ਲੋਕ ਸੀ ਜਿਹੜੇ ਪਾਕਿਸਤਾਨ ਚਲੇ ਗਏ, ਫਿਰ ਇੱਥੇ ਆਏ ਉਹ, ਠੀਕ ਹੈ, ਉਹਨਾਂ ਨੂੰ ਨਾਗਰਿਕਤਾ ਮਿਲ ਜੂਗੀ। ਬਾਲਗ ਵਿਅਕਤੀ ਜਿਸ ਦੇ ਮਾਤਾ ਪਿਤਾ ਭਾਰਤੀ ਨਾਗਰਿਕ ਦੇ ਤੌਰ 'ਤੇ ਪੰਜੀਕ੍ਰਿਤ ਨੇ, ਜਿਨ੍ਹਾਂ ਕੋਲ ਇੱਥੋਂ ਦੀ ਨਾਗਰਿਕਤਾ ਹੈਗੀ ਹੈ, ਉਹ ਪੰਜੀਕਰਨ ਦੁਆਰਾ ਨਾਗਰਿਕਤਾ ਲੈ ਸਕਦਾ ਹੈਗਾ। ਭਾਰਤੀ ਮੂਲ ਨਾਗਰਿਕਾਂ ਦੇ ਨਾਬਾਲਗ ਬੱਚੇ, ਜਿੰਨਾ ਚਿਰ ਉਹ ਬਾਲਗ ਨੇ, ਜਿਵੇਂ ਕੋਈ ਵੀ ਬੱਚਾ ਹੈ ਉਹ ਅਮਰੀਕਾ ਦੇ ਵਿੱਚ ਜਨਮ ਲੈਂਦਾ ਹੈ, ਨਾਬਾਲਗ ਹੋਣ ਤੱਕ ਉਹ ਭਾਰਤ ਦੀ ਨਾਗਰਿਕਤਾ ਰੱਖ ਸਕਦਾ ਹੈ। ਉਸ ਤੋਂ ਬਾਅਦ ਉਸ ਨੂੰ ਨਾਗਰਿਕਤਾ ਛੱਡਣੀ ਪਊਗੀ। ਪੰਜੀਕਰਨ ਦੁਆਰਾ ਉਹ ਨਾਗਰਿਕਤਾ ਲੈ ਸਕਦਾ ਹੈ, ਜਾਂ ਇੱਥੇ ਦੇਸ਼ ਦੀਆਂ ਕੁਝ ਸੇਵਾਵਾਂ ਕੁਝ ਸਾਲਾਂ ਤੱਕ ਉਹਨੂੰ ਸੇਵਾ ਕਰਨੀ ਪਊਗੀ, ਫਿਰ ਉਹ ਇੱਥੋਂ ਦੀ ਨਾਗਰਿਕਤਾ ਲੈ ਸਕਦਾ ਹੈ। ਸੋ ਇਹ ਸੀਗਾ ਸਾਡਾ ਜੋ ਹੈ ਵੀ ਨਾਗਰਿਕਤਾ, ਭਾਰਤੀ ਨਾਗਰਿਕਤਾ ਅਧਿਨਿਯਮ ਜਿਹਨੂੰ ਆਪਾਂ ਪੜ੍ਹਿਆ। ਇਸ ਨੂੰ 4 ਭਾਗਾਂ ਦੇ ਵਿੱਚ ਵੰਡ ਕੇ ਪੜ੍ਹਿਆ। ਜਨਮ ਤੋਂ, ਵੰਸ਼ ਦੁਆਰਾ, ਦੇਸ਼ੀਕਰਨ ਦੁਆਰਾ, ਪੰਜੀਕਰਨ ਦੁਆਰਾ ਨਾਗਰਿਕਤਾ ਅਸੀਂ ਲੈ ਸਕਦੇ ਹਾਂ। ਉਸ ਤੋਂ ਅੱਗੇ ਹੈ ਕਿ ਆਦਰਸ਼ ਨਾਗਰਿਕ ਦੇ ਗੁਣ ਕੀ ਹੁੰਦੇ ਨੇ। ਆਦਰਸ਼ ਨਾਗਰਿਕ ਕੀ ਹੈਗਾ, ਚੰਗਾ ਨਾਗਰਿਕ ਕੌਣ ਹੈਗਾ? ਤਾਂ ਇਹ ਹੈ ਕਿ ਜਿਹਦੀ ਚੰਗੀ ਸਿਹਤ ਹੋਵੇਗੀ, ਠੀਕ ਹੈ। ਚੰਗੀ ਸਿਹਤ ਇੱਕ ਆਦਰਸ਼ ਨਾਗਰਿਕ ਦੇ ਗੁਣ ਹੋਣਗੇ। ਜੋ ਹੈਲਦੀ ਹੋਵੇਗਾ ਤਾਂ ਦੇਸ਼ ਦੇ ਵਿਕਾਸ ਦੇ ਵਿੱਚ ਹਿੱਸਾ ਪਾਵੇਗਾ। ਚੰਗੀ ਬੁੱਧੀ, ਜੇ ਉਸਦਾ ਸਾਊਂਡ ਮਾਈਂਡ ਹੋਊਗਾ, ਅੱਛਾ ਮਨ ਹੋਊਗਾ, ਤਾਂ ਅੱਛਾ ਸਮਾਜ ਖੜ੍ਹਾ ਕਰਨ ਦੇ ਵਿੱਚ ਉਹ ਜੋ ਹੈ ਮਦਦ ਕਰੇਗਾ। ਚੰਗਾ ਚਰਿੱਤਰ, ਚੰਗਾ ਇਸ ਪੁਆਇੰਟ ਦਾ ਜੋ ਹੈ ਬੜਾ ਮਹੱਤਵ ਹੈ। ਆਮ ਤੌਰ 'ਤੇ ਅੱਜ ਕੱਲ੍ਹ ਐਡਸ ਵੀ ਆਪਾਂ ਦੇਖਦੇ ਹਾਂ ਕਿ ਕੋਈ ਵਿਦੇਸ਼ੀ ਇੱਥੇ ਜੋ ਹੈ ਘੁੰਮਣ ਫਿਰਨ ਦੇ ਲਈ ਆਉਂਦਾ ਹੈ ਅਤੇ ਅਸੀਂ ਉਸਦੇ ਨਾਲ, ਜਾਂ ਲੇਡੀਜ਼ ਆਉਂਦੀਆਂ ਨੇ ਤਾਂ ਅਸੀਂ ਉਹਨਾਂ ਦੇ ਨਾਲ ਮਾੜਾ ਵਿਵਹਾਰ ਕਰਦੇ ਹਾਂ। ਸਾਡੇ ਇੱਥੋਂ ਦੇ ਜੋ ਲੋਕ ਨੇਗੇ, ਤਾਂ ਚੰਗਾ ਚਰਿੱਤਰ ਜੋ ਹੈ ਤੁਹਾਡਾ ਬਾਹਰ ਜਾ ਕੇ ਅਗਲਾ ਪ੍ਰਸ਼ੰਸਾ ਵੀ ਕਰੇਗਾ ਕਿ ਹਾਂ ਕਰੈਕਟਰ ਵਾਈਜ਼ ਉਹ ਲੋਕ ਕਿੰਨੇ ਅੱਛੇ ਨੇਗੇ। ਚੋਰੀ ਮਕਾਰੀ ਤੋਂ ਉਹ ਲੋਕ ਗੁਰੇਜ਼ ਕਰਦੇ ਨੇ। ਚੰਗੀ ਸਿੱਖਿਆ, ਪੜ੍ਹਿਆ ਲਿਖਿਆ ਸਮਾਜ ਹੋਣਾ, ਪੜ੍ਹਿਆ ਲਿਖਿਆ ਹੋਣਾ ਇੱਕ ਚੰਗੇ ਨਾਗਰਿਕ ਦੇ ਗੁਣ ਨੇ। ਜੇਕਰ ਉਹ ਪੜ੍ਹਿਆ ਲਿਖਿਆ ਨਹੀਂ ਹੋਵੇਗਾ ਤਾਂ ਉਹ ਜੋ ਹੈ ਆਪਣੇ ਆਲੇ ਦੁਆਲੇ ਤੋਂ, ਆਪਣੇ ਭੂਗੋਲ ਤੋਂ, ਆਪਣੇ ਆਰਥਿਕ ਵਿਵਸਥਾ ਤੋਂ ਅਣਜਾਣ ਹੋਵੇਗਾ, ਆਪਣੇ ਕਾਨੂੰਨਾਂ, ਦੇਸ਼ ਦੇ ਕਾਨੂੰਨਾਂ ਤੋਂ ਅਣਜਾਣ ਹੋਵੇਗਾ, ਤਾਂ ਉਹ ਚੰਗਾ ਨਾਗਰਿਕ ਨਹੀਂ ਬਣ ਸਕਦਾ, ਦੇਸ਼ ਦੇ ਵਿਕਾਸ ਦੇ ਵਿੱਚ ਹਿੱਸਾ ਨਹੀਂ ਪਾ ਸਕਦਾ। ਚੰਗੀ ਆਰਥਿਕ ਸਥਿਤੀ ਹੋਣੀ ਚਾਹੀਦੀ ਹੈ, ਠੀਕ ਹੈ। ਅਤੇ ਅਧਿਕਾਰਾਂ ਦੀ ਠੀਕ ਵਰਤੋਂ ਜਾਣਦਾ ਹੋਵੇ ਉਹ ਕਿ ਮੇਰੇ ਅਧਿਕਾਰ ਕੀ ਨੇ। ਕਰਤੱਵ ਜਾਣਦਾ ਹੋਵੇ ਮੇਰੇ ਕਰਤੱਵ ਕੀ ਨੇ, ਜੋ ਕਿਉਂਕਿ ਸਾਡੇ ਕੁਝ ਰਾਈਟਸ ਹੁੰਦੇ ਨੇ ਅਤੇ ਸਾਡੇ ਕੁਝ ਡਿਊਟੀਜ਼ ਹੁੰਦੀਆਂ ਨੇ, ਫੰਡਾਮੈਂਟਲ ਡਿਊਟੀਜ਼ ਹੁੰਦੀਆਂ ਨੇ ਸਾਡੀਆਂ, ਅਤੇ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਵੇ। ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਇਹ ਨਾਗਰਿਕ ਦਾ ਗੁਣ ਹੈ। ਦੇਸ਼ ਭਗਤੀ ਦੀ ਭਾਵਨਾ ਹੋਵੇ।
ਜਾਤੀਵਾਦ, ਫਿਰਕਾਪ੍ਰਸਤੀ, ਖੇਤਰਵਾਦ ਦੀਆਂ ਭਾਵਨਾਵਾਂ ਤੋਂ ਰਹਿਤ ਹੋਵੇ। ਜਿਵੇਂ ਅੱਜ ਕੱਲ੍ਹ ਜੇ ਆਪਾਂ ਕਹਿ ਦਈਏ ਵੀ ਹਿੰਦੂ ਮੁਸਲਿਮ ਦਾ ਅੱਜ ਕੱਲ੍ਹ ਜ਼ਿਆਦਾ ਰੌਲਾ ਚੱਲ ਰਿਹਾ, ਇਸ ਤੋਂ ਮੁਕਤ ਹੋਵੇ। ਅਗਲਾ ਹੈ, ਹੁਣ ਆਪਾਂ ਦੇਖਾਂਗੇ, ਇਹ ਤਾਂ ਪੜ੍ਹਿਆ ਆਪਾਂ ਨੇ ਨਾਗਰਿਕ। ਨਾਗਰਿਕ ਕੀ ਹੁੰਦਾ ਹੈ? ਹੁਣ ਆਪਾਂ ਦੇਖਦੇ ਹਾਂ ਕਿ ਨਾਗਰਿਕਤਾ ਕੀ ਹੈ, ਨਾਗਰਿਕਤਾ ਦੀ ਪਰਿਭਾਸ਼ਾ ਕੀ ਹੈ। ਸਭ ਤੋਂ ਪਹਿਲਾਂ ਗੈਟਲ ਨੇ ਇਸ ਦੀ ਪਰਿਭਾਸ਼ਾ ਦਿੱਤੀ ਕਿ ਨਾਗਰਿਕਤਾ ਵਿਅਕਤੀ ਦੀ ਉਸ ਅਵਸਥਾ ਨੂੰ ਕਹਿੰਦੇ ਨੇ ਜਿਸ ਵਿੱਚ ਉਸਨੂੰ ਰਾਜਨੀਤਿਕ ਸਮਾਜ ਦੇ ਸਾਰੇ ਰਾਜਨੀਤਿਕ ਤੇ ਸਮਾਜਿਕ ਅਧਿਕਾਰ ਪ੍ਰਾਪਤ ਹੋਣ। ਜੀ ਹਾਂ, ਸਾਰੇ ਅਧਿਕਾਰ ਪ੍ਰਾਪਤ ਹੋਣ ਅਤੇ ਉਸ ਸਮਾਜ ਵਿੱਚ ਉਹ ਕਰਤੱਵਾਂ ਦੀ ਪਾਲਣਾ ਕਰਦਾ ਹੋਵੇ। ਸਮਾਜ ਉਸਨੂੰ ਕੁਝ ਅਧਿਕਾਰ ਦਿੰਦਾ ਹੈ ਤੇ ਉਸ ਦੇ ਪ੍ਰਤੀ ਉਹ ਕਰਤੱਵਾਂ ਦੀ ਪਾਲਣਾ ਕਰਦਾ ਹੈ। ਜੇ ਸਾਨੂੰ ਅਧਿਕਾਰ ਦਿੱਤੇ ਗਏ ਨੇ ਤਾਂ ਸਾਡੇ ਕੁਝ ਉਸ ਸਮਾਜ ਪ੍ਰਤੀ ਕਰਤੱਵ ਵੀ ਨੇ। ਇਹੀ ਸੀ ਗੈਟਲ ਦੀ ਪਰਿਭਾਸ਼ਾ। ਉਸ ਤੋਂ ਅੱਗੇ ਹੈ ਲਾਸਕੀ। ਲਾਸਕੀ ਦੇ ਅਨੁਸਾਰ ਆਪਣੀ ਸੁਲਝੀ ਹੋਈ ਬੁੱਧੀ ਨੂੰ ਜਨਹਿਤ ਲਈ ਵਰਤਣਾ ਹੀ ਨਾਗਰਿਕਤਾ ਹੈ। ਲੋਕ ਭਲਾਈ ਦੇ ਲਈ ਆਪਣੀ ਜੋ ਹੈ ਆਪਣੀ ਪਾਵਰ ਨੂੰ ਵਰਤਣਾ, ਇਹੀ ਕੀ ਹੈ? ਨਾਗਰਿਕਤਾ ਹੈ। ਨਾਗਰਿਕਤਾ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਨਾਗਰਿਕਤਾ ਕੀ ਹੈ? ਰਾਜ ਦੀ ਮੈਂਬਰਸ਼ਿਪ ਹੁੰਦੀ ਹੈ, ਸਰਬ ਵਿਆਪਕਤਾ ਹੁੰਦੀ ਹੈ, ਅਧਿਕਾਰਾਂ ਦੀ ਵਰਤੋਂ, ਕਰਤੱਵਾਂ ਦੀ ਪਾਲਣਾ। ਦੇਖੋ, ਰਾਜ ਦੀ ਮੈਂਬਰਸ਼ਿਪ ਜ਼ਰੂਰੀ ਹੈ, ਅਧਿਕਾਰਾਂ ਦੀ ਵਰਤੋਂ, ਕਰਤੱਵਾਂ ਦੀ ਪਾਲਣਾ, ਦੇਸ਼ ਭਗਤੀ ਦੇ ਗੁਣ। ਸਰਬ ਵਿਆਪਕਤਾ, ਜਿਵੇਂ ਕਹਿ ਦਈਏ ਕਿ ਨਾਗਰਿਕਤਾ ਦੀ ਦੂਜੀ ਵਿਸ਼ੇਸ਼ਤਾ ਇਹ, ਜਿਸ ਦਾ ਭਾਵ ਹਰ ਨਾਗਰਿਕ ਜੋ ਸ਼ਹਿਰ ਵਿੱਚ ਰਹਿੰਦਾ ਹੈ ਜਾਂ ਪਿੰਡ ਵਿੱਚ, ਗਰੀਬ ਹੈ ਜਾਂ ਅਮੀਰ, ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹ, ਸਰਕਾਰੀ ਨੌਕਰੀ ਕਰਦਾ ਹੈ ਜਾਂ ਨਹੀਂ, ਉਸਨੂੰ ਨਾਗਰਿਕਤਾ ਪ੍ਰਾਪਤ ਹੁੰਦੀ ਹੈ। ਭਾਵ ਇਹ ਨਹੀਂ ਕਹਿ ਸਕਦੇ ਵੀ ਪਿੰਡਾਂ ਵਿੱਚ ਰਹਿਣ ਵਾਲੇ ਨਾਗਰਿਕ ਨਹੀਂ ਹੈਗੇ, ਸ਼ਹਿਰਾਂ ਵਿੱਚ ਰਹਿਣ ਵਾਲੇ ਨਾਗਰਿਕ ਨੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਹਰੇਕ ਜੋ ਪਿੰਡ, ਸ਼ਹਿਰ, ਗਰੀਬ, ਅਮੀਰ ਜੋ ਵੀ ਹੈ, ਉਹ ਕੀ ਹੈ? ਨਾਗਰਿਕ ਹੈ। ਉਸ ਨੂੰ ਨਾਗਰਿਕਤਾ ਆਪਾਂ ਕਹਿ ਸਕਦੇ ਹਾਂ। ਜਨਮਜਾਤ ਨਾਗਰਿਕਤਾ ਪ੍ਰਾਪਤ ਕਰਨ ਦੇ ਢੰਗ। ਜਨਮਜਾਤ, ਜੇ ਆਪਾਂ ਨਾਗਰਿਕਤਾ ਤਾਂ ਸਾਡੇ ਕੋਲੇ ਜਾਂ ਬਲੱਡ ਰਿਲੇਸ਼ਨ ਹੋਣਾ ਚਾਹੀਦਾ ਜਾਂ ਸਾਡੀ ਜਨਮ ਭੂਮੀ ਹੋਣੀ ਚਾਹੀਦੀ ਆ, ਇਹ ਆਪਾਂ ਪੜ੍ਹ ਹੀ ਲਿਆ ਸੀਗਾ। ਠੀਕ ਹੈ। ਉਸ ਤੋਂ ਅੱਗੇ ਹੈ ਦੋਹਰੀ ਨਾਗਰਿਕਤਾ। ਦੋਹਰੀ ਨਾਗਰਿਕਤਾ ਕਈ ਦੇਸ਼ਾਂ ਵਿੱਚ ਲਹੂ ਸਿਧਾਂਤ ਅਤੇ ਜਨਮ ਸਥਾਨ ਸਿਧਾਂਤ ਦੋਵੇਂ ਪ੍ਰਚਲਿਤ ਨੇ। ਬੱਚੇ ਨੂੰ ਲਹੂ ਸਿਧਾਂਤ ਦੇ ਆਧਾਰ 'ਤੇ ਮਾਤਾ ਪਿਤਾ ਦੀ ਅਤੇ ਜਨਮ ਸਥਾਨ ਸਿਧਾਂਤ ਦੇ ਆਧਾਰ 'ਤੇ ਉਸ ਦੇਸ਼ ਦੀ ਨਾਗਰਿਕਤਾ ਜਿੱਥੇ ਉਹਦਾ ਜਨਮ ਹੋਇਆ ਹੈ, ਦੋਵੇਂ ਹੀ ਪ੍ਰਾਪਤ ਹੋ ਜਾਂਦੀਆਂ ਨੇ। ਇਸ ਨੂੰ ਦੋਹਰੀ ਨਾਗਰਿਕਤਾ ਦਾ ਸਿਧਾਂਤ ਕਿਹਾ ਜਾਂਦਾ ਹੈ। ਪਰ ਇੱਕ ਵਿਅਕਤੀ ਦੋ ਰਾਜਾਂ ਦੀ ਨਾਗਰਿਕਤਾ ਆਪਣੇ ਪਾਸ ਨਹੀਂ ਰੱਖ ਸਕਦਾ। ਸੋ ਅਜਿਹਾ ਵਿਅਕਤੀ ਬਾਲਗ ਹੋਣ 'ਤੇ ਇਹ ਫੈਸਲਾ ਕਰੇਗਾ ਕਿ ਉਹ ਕਿਸ ਦੇਸ਼ ਦੀ ਨਾਗਰਿਕਤਾ ਰੱਖਣੀ ਚਾਹੁੰਦਾ ਹੈਗਾ। ਠੀਕ ਹੈ, ਇਹ ਸੀ ਸਾਡੀ ਦੋਹਰੀ ਨਾਗਰਿਕਤਾ। ਹੁਣ ਰਾਜਕ੍ਰਿਤ ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਉਸ ਨੂੰ ਲੰਬਾ ਨਿਵਾਸ ਰੱਖਣਾ ਪਊਗਾ। ਇਹਦੀ ਇੱਕ ਐਗਜ਼ਾਮਪਲ ਲੈ ਲਓ। ਸਾਡੇ ਇੱਕ ਸਿੰਗਰ ਨੇ ਪ੍ਰਸਿੱਧ, ਅਦਨਾਨ ਸਾਮੀ, ਪਾਕਿਸਤਾਨ ਤੋਂ ਨੇ ਇਹ, ਤੇ ਇਹ ਕਾਫੀ ਲੰਮਾ ਸਮਾਂ ਇੱਥੇ ਰਹਿ ਕੇ ਇਹਨਾਂ ਨੇ ਕੀ ਕੀਤਾ ਹੈਗਾ, ਜੋ ਹੈ ਭਾਰਤ ਦੀ ਨਾਗਰਿਕਤਾ, ਲੰਬੇ ਸੰਘਰਸ਼ ਤੋਂ ਬਾਅਦ ਇਹਨਾਂ ਨੇ ਭਾਰਤ ਦੀ ਨਾਗਰਿਕਤਾ ਲਈ ਹੈ। ਉਸ ਤੋਂ ਬਾਅਦ ਵਿਆਹ, ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦੇ ਹੀ ਦਿੱਤਾ ਕਿ ਸੋਨੀਆ ਗਾਂਧੀ ਹੋ ਗਈ। ਠੀਕ ਹੈ, ਸੋਨੀਆ ਗਾਂਧੀ ਨੇ ਵਿਆਹ ਕਰਵਾਇਆ ਰਾਜੀਵ ਗਾਂਧੀ ਦੇ ਨਾਲ, ਤਾਂ ਇੱਥੋਂ ਦੀ ਕੀ ਹੋ ਗਿਆ? ਨਾਗਰਿਕਤਾ ਉਹਨਾਂ ਨੂੰ ਪ੍ਰਾਪਤ ਹੋ ਗਈ। ਸਰਕਾਰੀ ਨੌਕਰੀ ਦੁਆਰਾ ਜੋ ਹੈ ਕੋਈ ਇੱਥੋਂ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈਗਾ। ਪ੍ਰਾਰਥਨਾ ਪੱਤਰ ਦੁਆਰਾ, ਸੈਨਾ ਵਿੱਚ ਭਰਤੀ ਹੋ ਕੇ, ਜਦੋਂ ਕੋਈ ਵਿਦੇਸ਼ੀ ਕਿਸੇ ਦੂਜੇ ਦੇਸ਼ ਦੀ ਸੈਨਾ ਵਿੱਚ ਭਰਤੀ ਹੋ ਜਾਂਦਾ ਹੈ ਤਾਂ ਉਹ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹੋ ਜਾਂਦਾ ਹੈ। ਠੀਕ ਹੈ, ਉਦਾਹਰਨ ਵਜੋਂ ਬਹੁਤ ਸਾਰੇ ਨੇਪਾਲੀ ਗੋਰਖੇ ਬ੍ਰਿਟਿਸ਼ ਸੈਨਾ ਵਿੱਚ ਭਰਤੀ ਸਨ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਉਹਨਾਂ ਨੂੰ ਇੰਗਲੈਂਡ ਦੀ ਨਾਗਰਿਕਤਾ ਪ੍ਰਾਪਤ ਕੀਤੇ ਜਾਣ ਦੇ ਯੋਗ ਕਰਾਰ ਦਿੱਤਾ ਗਿਆ ਗਾ। ਇਸ ਤੋਂ ਇਲਾਵਾ ਜੋ ਹੈ ਜਾਇਦਾਦ ਖਰੀਦਣ ਦੇ ਨਾਲ, ਜਾਇਦਾਦ ਜੇ ਕੋਈ ਖਰੀਦਦਾ ਹੈਗਾ, ਜਿਵੇਂ ਕਈ ਦੇਸ਼ਾਂ ਵਿੱਚ ਕਿਸੇ ਵਿਦੇਸ਼ੀ ਦੁਆਰਾ ਉਸ ਦੇਸ਼ ਵਿੱਚ ਸੰਪੱਤੀ ਖਰੀਦਣ ਨਾਲ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈਗੀ। ਕੁਝ ਲੋਕਾਂ ਦਾ ਵਿਚਾਰ ਹੈ ਕਿ ਸੰਪੱਤੀ ਖਰੀਦ ਲੈਣ ਨਾਲ ਵਿਅਕਤੀ ਨੂੰ ਉਸ ਦੇਸ਼ ਨਾਲ ਪਿਆਰ ਹੋ ਜਾਂਦਾ ਹੈ, ਕਿਉਂਕਿ ਉਸ ਦੇ ਹਿੱਤਾਂ ਅਤੇ ਉਸ ਦੇਸ਼ ਦੇ ਹਿੱਤਾਂ ਵਿੱਚ ਇਕਸੁਰਤਾ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਵੇਂ ਗੋਦ ਲੈਣਾ
ਗੋਦ ਲੈਣ ਨਾਲ ਵੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਇੱਕ ਵਿਅਕਤੀ ਕਿਸੇ ਦੂਜੇ ਦੇਸ਼ ਦੇ ਬਾਲਕ ਨੂੰ ਗੋਦ ਲੈਂਦਾ ਹੈ ਤਾਂ ਉਸ ਬਾਲਕ ਨੂੰ ਆਪਣੇ ਨਵੇਂ ਮਾਤਾ ਪਿਤਾ ਦੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਉਸ ਨੂੰ ਉਹ ਸਾਰੇ ਅਧਿਕਾਰ ਪ੍ਰਾਪਤ ਹੋ ਜਾਂਦੇ ਨੇ ਜੋ ਕਿ ਉਸ ਦੇ ਮਾਤਾ ਪਿਤਾ ਦੇ ਦੇਸ਼ ਦੇ ਨਾਗਰਿਕਾਂ ਨੂੰ ਪ੍ਰਾਪਤ ਹੁੰਦੇ ਨੇ। ਵਿਦਵਾਨਾਂ ਨੂੰ, ਜਿਵੇਂ ਵਿਦਵਾਨ ਅਤੇ ਦੂਜੇ ਵੱਖੋ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀ ਰਾਜ ਦਾ ਕੀਮਤੀ ਸਰਮਾਇਆ ਹੁੰਦੇ ਨੇ। ਅਜਿਹੇ ਵਿਅਕਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਵਿੱਚ ਦੂਜੇ ਦੇਸ਼ ਵੀ ਮਾਣ ਮਹਿਸੂਸ ਕਰਦੇ ਨੇ। ਉਹ ਉਹਨਾਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਲਈ ਸ਼ਰਤਾਂ ਢਿੱਲੀਆਂ ਕਰ ਦਿੰਦੇ ਨੇ। ਉਸ ਤੋਂ ਅੱਗੇ ਹੈ ਭਾਸ਼ਾ ਸਿੱਖਣ ਤੇ। ਇਹ ਜੋ ਹੈ, ਜੇਕਰ ਅਸੀਂ ਕਿਸੇ ਦੇਸ਼ ਦੇ ਮਤਲਬ ਪੜ੍ਹਨ ਜਾਂਦੇ ਹਾਂ, ਕਿਸੇ ਦੀ ਭਾਸ਼ਾ ਸਿੱਖਦੇ ਆਂਗੇ, ਉੱਥੇ ਲੰਮਾ ਸਮਾਂ ਆਪਣੀਆਂ ਜੋ ਹੈ ਕੁਝ ਸ਼ਰਤਾਂ 'ਤੇ ਅਸੀਂ ਖਰੇ ਉਤਰਦੇ ਹਾਂ ਤਾਂ ਸਾਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਤਾਂ ਇਹ ਸੀ ਕੁਝ ਪੁਆਇੰਟ, ਜਿਵੇਂ ਲੰਬਾ ਨਿਵਾਸ ਇਹ ਆਪਾਂ ਪੜ੍ਹ ਹੀ ਲਿਆ ਸੀਗਾ ਕਿ ਲੰਬਾ ਅਦਨਾਨ ਸਾਮੀ ਵਰਗੇ, ਠੀਕ ਹੈ। ਜਿੱਤ ਪ੍ਰਾਪਤ ਕਰ ਲੈਣਾ, ਜਦੋਂ ਕੋਈ ਦੇਸ਼ ਕਿਸੇ ਦੂਜੇ ਦੇਸ਼ ਜਾਂ ਉਸਦੇ ਕਿਸੇ ਵਿਸ਼ੇਸ਼ ਭਾਗ ਨੂੰ ਜਿੱਤ ਕੇ ਉਹ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਹਾਰੇ ਹੋਏ ਦੇਸ਼ ਦੇ ਨਾਗਰਿਕਾਂ ਨੂੰ ਜੇਤੂ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਉਦਾਹਰਨ ਵਜੋਂ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਭਾਰਤ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਸੀ। ਇਸ ਦੇ ਨਤੀਜੇ ਵਜੋਂ ਭਾਰਤੀ ਬਰਤਾਨਵੀ ਰਾਜੇ ਦੀ ਪਰਜਾ ਸਨ, ਠੀਕ ਹੈ, ਰਾਜੇ ਦੀ ਪਰਜਾ ਸੀ। ਜਦੋਂ ਸਾਡੇ ਕੋਲੇ ਸਾਡੇ 'ਤੇ ਅੰਗਰੇਜ਼ਾਂ ਦਾ ਅਧਿਕਾਰ ਸੀ, ਠੀਕ ਹੈ, ਤਾਂ ਬਰਤਾਨਵੀ ਰਾਜ ਦਾ ਹਿੱਸਾ ਸੀ, ਉੱਥੋਂ ਦੇ ਲੋਕਾਂ ਨੂੰ ਇੱਥੇ ਨਾਗਰਿਕਤਾ ਮਿਲ ਗਈ ਸੀ। ਉਸ ਤੋਂ ਅੱਗੇ ਦੇਖਦੇ ਹਾਂ ਕਿ ਨਾਗਰਿਕਤਾ ਖੁੱਸ ਕਿਵੇਂ ਜਾਂਦੀ ਹੈ। ਲੰਮੇ ਸਮੇਂ ਦੀ ਗੈਰ ਹਾਜ਼ਰੀ ਕਾਰਨ, ਜੋ ਕਈ ਦੇਸ਼ਾਂ 'ਚ ਇਸ ਨਿਯਮ ਨੂੰ ਮਾਨਤਾ ਹੈ ਕਿ ਜੇਕਰ ਕੋਈ ਨਾਗਰਿਕ ਲੰਮੇ ਸਮੇਂ ਲਈ ਆਪਣੀ ਜਨਮ ਭੂਮੀ ਤੋਂ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਵਿਅਕਤੀ ਦੀ ਨਾਗਰਿਕਤਾ ਜੋ ਹੈ ਸਮਾਪਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਹੈ, ਜਿਵੇਂ ਕਿ ਅਸੀਂ ਕਿਸੇ ਦੂਜੇ ਦੇਸ਼ ਦੇ ਜੋ ਹੈ ਵਿਆਹ ਕਰਵਾ ਲੈਂਦੇ ਆਂਗੇ ਤਾਂ ਕਾਫੀ ਸਮਾਂ ਸਾਨੂੰ ਉੱਥੇ ਰਹਿਣਾ ਪੈਂਦਾ ਹੈ, ਠੀਕ ਹੈ। ਵਿਆਹ ਦੇ ਆਧਾਰ 'ਤੇ ਨਾਗਰਿਕਤਾ ਵੀ ਖੋਹੀ ਜਾ ਸਕਦੀ ਹੈ। ਜੇ ਕੋਈ ਇਸਤਰੀ ਜਾਂ ਪੁਰਸ਼ ਕਿਸੇ ਵਿਦੇਸ਼ੀ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਆਪਣੇ ਪਤਨੀ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਦੀ ਆਪਣੇ ਦੇਸ਼ ਦੀ ਨਾਗਰਿਕਤਾ ਖੁੱਸ ਜਾਂਦੀ ਹੈ, ਉਹਦੀ ਆਪਣੀ ਨਾਗਰਿਕਤਾ ਖੁੱਸ ਜਾਂਦੀ ਹੈ ਅਤੇ ਉਸਨੂੰ ਜੋ ਹੈ, ਜੋ ਮੰਨ ਲਓ ਆਪਾਂ ਕਿਸੇ ਲੜਕੀ ਨਾਲ, ਬਾਹਰਲੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਹਾਂ ਤਾਂ ਉੱਥੇ ਕੀ ਹੈ, ਸਾਡੀ ਨਾਗਰਿਕਤਾ ਖੁੱਸ ਜਾਂਦੀ ਹੈ, ਅਸੀਂ ਉਸ ਲੜਕੀ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦੇ ਹਾਂ, ਕਿਉਂਕਿ ਅੱਜ ਕੱਲ੍ਹ ਇਹ ਚੱਲ ਰਿਹਾ, ਟਰੈਂਡ ਚੱਲ ਰਿਹਾ ਹੈਗਾ। ਇਸ ਤੋਂ ਅੱਗੇ ਹੈ, ਇਹ ਵੀ ਅਸੀਂ ਉੱਪਰਲੇ ਸਭ ਪੁਆਇੰਟ ਪੜ੍ਹ ਚੁੱਕੇ ਹਾਂ ਕਿ ਦੂਜੇ ਦੇਸ਼ ਦੀ ਨਾਗਰਿਕ ਸੈਨਾ ਵਿੱਚ ਭਰਤੀ ਹੋਣ ਨਾਲ ਸਵੈ ਤਿਆਗ ਦੁਆਰਾ ਜੇਕਰ ਅਸੀਂ ਕਿਸੇ ਦੀ ਆਪਣੇ ਨਾਲ ਦੇ ਜੋ ਦੇਸ਼ ਹੈ ਸਾਡਾ, ਉਹਦੀ ਆਪਣੀ ਨਾਗਰਿਕਤਾ ਤਿਆਗ ਕੇ, ਜਿਵੇਂ ਅਦਨਾਨ ਸਾਮੀ ਨੇ ਪਾਕਿਸਤਾਨ ਦੀ ਨਾਗਰਿਕਤਾ ਤਿਆਗੀ ਅਤੇ ਭਾਰਤ ਦੀ ਉਸਨੂੰ ਨਾਗਰਿਕਤਾ ਮਿਲ ਗਈ। ਬਗਾਵਤ ਕਰਕੇ, ਜੇ ਕੋਈ ਬਗਾਵਤ ਕਰ ਦਿੰਦਾ ਹੈਗਾ, ਦੇਸ਼ ਦੇ ਵਿੱਚ ਕੋਈ ਬਗਾਵਤ ਕਰ ਦਿੰਦਾ ਤਾਂ ਅਸੀਂ ਆਪਣੀ ਨਾਗਰਿਕਤਾ ਖੋ ਬੈਠਦੇ ਆਂਗੇ। ਅਦਾਲਤ ਦੇ ਫੈਸਲੇ ਦੁਆਰਾ ਜੇ ਕੋਈ ਦੇਸ਼ ਧਰੋਹ ਕਰਦਾ ਤਾਂ ਅਦਾਲਤ ਦਾ ਇਹ ਮਤਲਬ ਹੈ ਕਿ ਉਹ ਉਸਦੀ ਨਾਗਰਿਕਤਾ ਖੋ ਸਕਦੀ ਹੈ। ਜਦੋਂ ਸਾਨੂੰ ਕੋਈ ਗੋਦ ਲੈ ਲੈਂਦਾ ਤਾਂ ਅਸੀਂ ਬਾਹਰ ਜਾਂਦੇ ਹਾਂ, ਠੀਕ ਹੈ, ਵਿਦੇਸ਼ ਚਲੇ ਜਾਂਦੇ ਹਾਂ ਤਾਂ ਸਾਡੀ ਇੱਥੋਂ ਨਾਗਰਿਕਤਾ ਖੁੱਸ ਜਾਂਦੀ ਹੈ, ਕਿਉਂਕਿ ਸਾਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ। ਕਿਉਂਕਿ ਭਾਰਤ ਦੇ ਵਿੱਚ ਗਹਿਰੀ ਨਾਗਰਿਕਤਾ ਦਾ ਹੀ ਸਾਨੂੰ ਵਿਧਾਨ ਪ੍ਰਾਪਤ ਹੈ, ਠੀਕ ਹੈ। ਜੇ ਅਸੀਂ ਸੰਪੱਤੀ ਖਰੀਦ ਲੈਂਦੇ ਹਾਂ ਵਿਦੇਸ਼ ਦੇ ਵਿੱਚ ਤਾਂ ਸਾਡੀ ਨਾਗਰਿਕਤਾ ਜੋ ਹੈ ਖੋ ਹੀ ਜਾਂਦੀ ਹੈ। ਦੋਹਰੀ ਨਾਗਰਿਕਤਾ ਅਸੀਂ ਰੱਖ ਹੀ ਨਹੀਂ ਸਕਦੇ। ਸੋ ਇਹ ਸੀਗਾ ਰਾਜੇ ਸਾਡਾ ਜੋ ਹੈ ਨਾਗਰਿਕ ਤੇ ਨਾਗਰਿਕਤਾ ਵਾਲਾ ਲੈਸਨ, ਨਾਗਰਿਕ ਤੇ ਨਾਗਰਿਕਤਾ। ਤੁਹਾਨੂੰ ਜੇ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਮੈਥੋਂ ਪੁੱਛ ਸਕਦੇ ਹੋ ਤੁਸੀਂ, ਠੀਕ ਹੈ। ਚਲੋ, ਧੰਨਵਾਦ।